जी आए नूं खुशामदीद। कोशिश रहिंदी है, सुपना हुंदा है PCS UPSC क्लीयर कर DSP SP DC बनन दा, डिफेंस फोर्सेस विच जा देश दी राखी करन दा। पर यह सब होवे किद्दां? इस नूं लैके तुहाडे मनां विच ने बहुत सारे सवाल, जिन्हां सवालों के जवाब लै हाज़र है PTC न्यूज़ का एक होर खास उपराला, चेतन भारत स्टडी एक्सपर्ट टॉक। UPSC PCS डिफेंस सर्विस गवर्नमेंट जॉब बैंकिंग इस नाल जुड़ियां जो भी तुहाडी क्वेरीज ने, जो भी तुहाडे सवाल ने, उसका जवाब तुहानू इस प्रोग्राम दे विच मिलेगा। ते साडे नाल ने CBL के डायरैक्टर इंजीनियरिंग टर्नड एजुकेटर मिस्टर चेतन शर्मा। चेतन जी बहुत बहुत स्वागत है तुहाडा। बहुत बहुत धन्यवाद सर, सानू इत्थे बुलाउण लई ते बहुत बहुत मुबारक PTC ਨੂੰ ਇਸ ਉਪਰਾਲੇ ਲਈ। ਤੇ ਮੈਨੂੰ ਉਮੀਦ ਹੈ ਵੀ ਪੰਜਾਬ ਦਾ ਜਿਹੜਾ ਯੂਥ ਹੈ, ਜਿਹੜਾ ਸਰਕਾਰੀ ਨੌਕਰੀ ਦਾ ਚਾਹਵਾਨ ਹੈ, ਉਹਨੂੰ ਇਸ ਸੀਰੀਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਇੱਕ ਵਧੀਆ ਗਾਈਡੈਂਸ ਤੇ ਇੱਕ ਵਧੀਆ ਮੈਂਟਰਸ਼ਿਪ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਊਗੀ। बिल्कुल सर, अज का साडा जो विषय है वो है PCS एंड अलाइड सर्विस। तो सब तो पहले तो मैं ये जानना चाहांगा कि मापियां का सुपना होंदा है, बच्चे भी सुपना देखते हैं कि DSP बनीए SDM बनीए, पर बनीए किवें इस नूं लैके क्लैरिटी कई बार नहीं होंदी। तो इत्थे तुहाडे तो यही जानना चाहांगा कि इहदा जो प्रोसीजर है वो प्रोसीजर की रहिंदा ताकि वो उत्थों तक पहुंचा जा सके। ਸਭ ਤੋਂ ਪਹਿਲਾਂ ਤਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹਰ ਸਾਲ ਜਾਂ 2 ਸਾਲ ਬਾਅਦ ਨੋਟੀਫਿਕੇਸ਼ਨ ਕੱਢਦੀ ਹੈ। ਅਸੀਂ ਉਸ ਨੋਟੀਫਿਕੇਸ਼ਨ ਦੇ ਆਉਣ ਤੋਂ ਬਾਅਦ ਫਾਰਮ ਫਿਲ ਕਰਨਾ ਹੁੰਦਾ ਹੈ। जी जी ਜਦੋਂ ਤੁਸੀਂ ਉਹ ਫਾਰਮ ਫਿਲ ਕਰ ਦਿੰਦੇ ਹੋ, ਉਸ ਤੋਂ ਬਾਅਦ ਤੁਹਾਡੇ 3 ਸਟੇਜਿਸ ਦੇ ਵਿੱਚ ਐਗਜ਼ਾਮ ਹੁੰਦਾ ਹੈ। ਪਹਿਲੀ ਸਟੇਜ ਦੇ ਵਿੱਚ ਮੈਕਸਿਮਮ ਸਟੂਡੈਂਟ ਜਿਨ੍ਹਾਂ ਨੇ ਵੀ ਅਪੀਅਰ ਕਰਨਾ ਹੈ, ਸਾਰੇ ਐਲੀਜੀਬਲ ਹੁੰਦੇ ਨੇ, ਉਹ ਅਪੀਅਰ ਕਰਦੇ ਨੇ। ਉਸ ਤੋਂ ਬਾਅਦ ਤੁਹਾਡੀ ਪਹਿਲੀ ਮੈਰਿਟ ਲਿਸਟ ਬਣਦੀ ਹੈ ਮੇਨਸ ਲਈ। ਫਿਰ ਦੂਜੀ ਸਟੇਜ ਦੇ ਵਿੱਚ ਤੁਸੀਂ ਰਿਟਨ ਪੇਪਰ ਦੇਣਾ ਹੁੰਦਾ ਹੈ ਤੇ ਉਸ ਤੋਂ ਬਾਅਦ ਤੀਜੀ ਸਟੇਜ ਦੇ ਵਿੱਚ ਤੁਹਾਡਾ ਇੰਟਰਵਿਊ ਹੁੰਦਾ ਹੈ। ਜਦੋਂ ਤੁਸੀਂ 3 ਪੇਪਰ ਦੇਤੇ, ਉਸ ਤੋਂ ਬਾਅਦ ਮੇਨਸ ਦਾ ਪੇਪਰ ਤੇ ਇੰਟਰਵਿਊ ਦਾ ਪੇਪਰ, ਇਹਨਾਂ ਦੋਨਾਂ ਦੇ ਮਾਰਕਸ ਕੰਬਾਈਨ ਕਰਕੇ ਫਾਈਨਲ ਮੈਰਿਟ ਲਿਸਟ ਬਣਦੀ ਹੈ। ਹੁਣ ਫਾਈਨਲ ਮੈਰਿਟ ਲਿਸਟ ਦੇ ਵਿੱਚ ਡਿਪੈਂਡਿੰਗ ਔਨ ਵੀ ਤੁਸੀਂ ਕਿੰਨਾ ਹਾਈ ਰੈਂਕ ਸਕੋਰ ਕੀਤਾ ਹੈ, SDM DSP ETO ਤੇ ਹੋਰ ਜਿਹੜੀ ਵੀ ਵੈਕੈਂਸੀਜ਼ ਹੁੰਦੀਆਂ ਨੇ, ਉਹਨਾਂ ਦੀ ਜੌਬ ਐਲੋਕੇਸ਼ਨ ਹੁੰਦੀ ਹੈ। ਤਾਂ ਜੋ ਪ੍ਰੋਸੈਸ ਹੈ ਉਹ ਐਗਜ਼ਾਮ ਦੇ ਰਾਹੀਂ ਇਹ SDM ਬਣਨਾ ਜਾਂ DSP ਬਣਨਾ, ਇਹ ਐਗਜ਼ਾਮ ਦੇ ਰਾਹੀਂ ਤੁਸੀਂ ਕਲੀਅਰ ਕਰਕੇ ਪੇਪਰ ਤਾਂ ਹੀ ਤੁਸੀਂ ਬਣ ਸਕਦੇ ਹੋ। मतलब एक तरह ਨਾਲ ਵੇਖਿਆ ਜਾਏ ਤੇ PPSC ਵੱਲੋਂ ਜੋ PCS ਦਾ ਕੰਪੀਟੀਟਿਵ ਐਗਜ਼ਾਮ ਹੁੰਦਾ ਹੈ ਉਹਦੇ 'ਚ ਅਪੀਅਰ ਹੋਣਾ ਜ਼ਰੂਰੀ। ਤਾਂ ਮੈਨੂੰ ਲੱਗਦਾ ਹੈ ਕਿ ਇੱਕ ਸਵਾਲ ਜੋ ਸਟੂਡੈਂਟਸ ਦੇ ਮਨ ਵਿੱਚ ਵੀ ਆ ਰਿਹਾ ਹੋਵੇਗਾ ਜਾਂ ਜੋ ਇਸ ਦੇ ਚਾਹਵਾਨ ਨੇ ਤੇ ਮੇਰੇ ਮਨ ਵਿੱਚ ਵੀ ਆ ਰਿਹਾ, ਹਾਂਜੀ, ਉਹ ਇਹ ਹੈ ਕਿ ਇਹਨੂੰ ਲੈ ਕੇ ਕੋਈ ਪਾਰਟਿਕੂਲਰ ਏਜ ਕ੍ਰਾਈਟੇਰੀਆ ਵੀ ਹੁੰਦਾ ਹੈ ਤੇ ਏਜ ਕ੍ਰਾਈਟੇਰੀਆ ਦੇ ਨਾਲ ਪਹਿਲੇ ਦੀ ਜੋ ਕੁਆਲੀਫਿਕੇਸ਼ਨ ਹੈ ਉਹ ਕੀ ਹੋਣੀ ਚਾਹੀਦੀ? ਹਾਂਜੀ। ਦੇਖੋ, ਜਿਹੜਾ ਏਜ ਕ੍ਰਾਈਟੇਰੀਆ ਉਹ ਹੈਗਾ 21 ਸਾਲ ਤੋਂ ਹਾਈ ਤੁਹਾਡੀ ਏਜ ਹੋਣੀ ਚਾਹੀਦੀ ਹੈ ਤੇ ਅੰਟਿਲ 37 ਇਅਰਸ, ਬਿਟਵੀਨ 21 ਟੂ 37 ਈਅਰ ਏਜ ਕ੍ਰਾਈਟੇਰੀਆ ਜਨਰਲ ਕੈਟੇਗਰੀ ਲਈ। ਤੇ ਜਿਹੜੀ SC ਕੈਟੇਗਰੀ ਹੈ, ST ਕੈਟੇਗਰੀ ਹੈ ਜਾਂ ਫਿਰ ਐਕਸ ਸਰਵਿਸਮੈਨ ਕੈਟੇਗਰੀ ਹੈ ਜਾਂ ਕੋਈ ਵੱਖਰੀ ਕੈਟੇਗਰੀਜ਼ ਲਈ ਸਰਕਾਰ ਰਿਆਇਤਾਂ ਪ੍ਰੋਵਾਈਡ ਕਰ ਦਿੰਦੀ ਹੈ, 5 ਸਾਲ ਦੀ, 7 ਸਾਲ ਦੀ। ਦੂਜੀ ਚੀਜ਼ ਹੈ ਏਜ ਐਜੂਕੇਸ਼ਨਲ ਕੁਆਲੀਫਿਕੇਸ਼ਨ। ਗ੍ਰੈਜੂਏਸ਼ਨ ਇਸ ਪੇਪਰ ਦੇ ਵਿੱਚ ਅਪੀਅਰ ਕਰਨ ਲਈ ਮਸਟ ਹੈ, ਪਰ ਗ੍ਰੈਜੂਏਸ਼ਨ ਲਈ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਕਿਸੇ ਪਰਟੀਕੂਲਰ ਸਟਰੀਮ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ। ਭਾਵੇਂ ਤੁਸੀਂ ਨਰਸਿੰਗ ਕੀਤੀ ਹੈ, ਇੰਜੀਨੀਅਰਿੰਗ ਕੀਤੀ ਹੈ, ਮੈਡੀਕਲ ਬੈਕਗਰਾਊਂਡ ਤੋਂ ਤੁਸੀਂ ਕਾਮਰਸ ਪੜ੍ਹਿਆ ਹੈ, BA ਕੀਤੀ ਹੈ, ਉਹ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ। ਤੀਜੀ ਚੀਜ਼ ਹੈ ਪੰਜਾਬੀ ਭਾਸ਼ਾ ਦਾ ਗਿਆਨ। 10ਵੀਂ ਕਲਾਸ ਤੱਕ ਤੁਹਾਡੇ ਕੋਲ ਜਾਂ 10ਵੀਂ ਕਲਾਸ ਦੇ ਵਿੱਚ ਤੁਹਾਡੇ ਕੋਲ ਪੰਜਾਬੀ ਹੋਣੀ ਚਾਹੀਦੀ ਹੈ। ਜੇ ਤੁਸੀਂ ਪੰਜਾਬੀ ਐਜ਼ ਐਨ ਐਡੀਸ਼ਨਲ ਪੇਪਰ 10th ਦੇ ਵਿੱਚ ਅਪੀਅਰ ਕੀਤਾ ਹੈ, ਉਹ ਵੀ ਐਕਸੈਪਟੇਬਲ ਹੈ, ਉਹਨੂੰ ਵੀ ਮਾਨਿਅਤਾ ਪ੍ਰਾਪਤ ਹੈ। ਜੇ ਤੁਸੀਂ 10ਵੀਂ ਦੇ ਵਿੱਚ ਪੰਜਾਬੀ ਨਹੀਂ ਕੀਤੀ ਤਾਂ ਪਟਿਆਲਾ ਦੇ ਵਿੱਚ ਪੰਜਾਬੀ ਭਾਸ਼ਾ ਅਕੈਡਮੀ ਹੈਗੀ ਹੈ, ਉਹਨਾਂ ਦੇ ਨਾਲ ਰਜਿਸਟਰ ਕਰਕੇ ਤੁਸੀਂ ਐਡੀਸ਼ਨਲ ਪੇਪਰ ਹਲੇ ਵੀ ਦੇ ਸਕਦੇ ਹੋ। ਪੇਪਰ ਦੀ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਵੀ ਕਈ ਵਾਰੀ ਪੇਪਰ ਹੁੰਦਾ ਤਾਂ ਤੁਸੀਂ ਉਹ ਦੇ ਸਕਦੇ ਹੋ। ਤਾਂ ਕੁਆਲੀਫਿਕੇਸ਼ਨ ਇੱਕ ਇਹ ਹੋ ਗਈ। ਅਤੇ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗਾ ਵੀ ਜੇ ਤੁਹਾਡਾ ਮੇਨ ਏਮ DSP ਬਣਨ ਦਾ ਹੈ, ਪੰਜਾਬ ਪੁਲਿਸ ਜੁਆਇਨ ਕਰਨ ਦਾ ਹੈ, ਤਾਂ ਏਜ ਕ੍ਰਾਈਟੇਰੀਆ 21 ਸਾਲਾਂ ਤੋਂ ਲੈ ਕੇ 28 ਸਾਲਾਂ ਤੱਕ ਦਾ ਹੈ। ਉੱਥੇ ਫਿਰ ਉਹ 37 ਸਾਲ ਵਾਲੀ ਵੈਲਿਡਿਟੀ ਨਹੀਂ ਹੈਗੀ। 28 ਸਾਲ ਤੋਂ ਘੱਟ ਏਜ ਵਾਲੇ ਬੱਚੇ ਹੀ ਪੇਪਰ ਦੇ ਸਕਦੇ ਨੇ। ਅਤੇ ਉਹਦਾ ਫਿਰ ਕੁਝ ਫਿਜ਼ੀਕਲ ਕ੍ਰਾਈਟੇਰੀਆ ਵੀ ਹੁੰਦਾ ਹੈ, ਉਹ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਹੁੰਦਾ ਹੈ ਵੀ ਕਿੰਨੀ ਹਾਈਟ ਚਾਹੀਦੀ ਹੈ, ਕਿੰਨੀ ਆਈਸਾਈਟ ਚਾਹੀਦੀ ਹੈ। ਅਤੇ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਡਿਟੇਲ ਨੋਟੀਫਿਕੇਸ਼ਨ ਹੈ ਉਹ ਅਸੀਂ ਚੇਤਨ ਭਾਰਤ ਲਰਨਿੰਗ ਦੀ ਵੈਬਸਾਈਟ 'ਤੇ ਵੀ ਪ੍ਰੋਵਾਈਡ ਕੀਤੀ ਹੋਈ ਹੈ। ਸਟੂਡੈਂਟਸ ਉੱਥੋਂ ਵੀ ਉਹਨੂੰ ਲੈ ਸਕਦੇ ਨੇ। ਬਿਲਕੁਲ, ਜਿਵੇਂ ਸਰ ਨੇ ਕਿਹਾ ਕਿ ਜੋ ਬਾਕੀ ਡਿਟੇਲਸ ਹੈ ਉਹ ਤੁਸੀਂ chetanbharat.com 'ਤੇ ਜਾ ਕੇ ਤੁਸੀਂ ਇਸ ਦੇ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ। ਅਤੇ ਕਲੈਰਿਟੀ ਮੈਨੂੰ ਲੱਗਦਾ ਬਹੁਤ ਹੱਦ ਤੱਕ ਇਹਨਾਂ ਨੇ ਦਿੱਤੀ। ਅਤੇ ਇਸ ਕਲੈਰਿਟੀ ਤੋਂ ਬਾਅਦ ਬਹੁਤ ਸਾਰੇ ਪੰਜਾਬ ਦੇ ਮੁੰਡੇ ਕੁੜੀਆਂ ਨੇ ਮੈਨੂੰ ਲੱਗਦਾ PCS ਦਾ ਰੁੱਖ ਜ਼ਰੂਰ ਕਰਨਗੇ। ਅਤੇ ਇੱਥੇ ਸਰ ਇਹ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਸ ਸਫ਼ਰ ਦੌਰਾਨ, ਕਿਉਂਕਿ ਹਰ ਸਫ਼ਰ ਸੌਖਾ ਨਹੀਂ ਹੁੰਦਾ, ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ, ਮੁਸ਼ਕਿਲਾਂ ਆਉਂਦੀਆਂ ਨੇ,
ਪਰ ਮੁਸ਼ਕਿਲਾਂ ਨੂੰ ਸਰ ਕਰ ਲੈਣ ਦਾ ਨਾ ਹੀ ਜਿਹਨੂੰ ਕਹਿੰਦੇ ਮਿਹਨਤ ਹੈ। ਬਿਲਕੁਲ ਤੇ ਸਹੀ ਗੱਲ। ਕਿਹੜੀ ਤੁਹਾਨੂੰ ਲੱਗਦਾ ਹੈ ਕਿ ਇਸ ਦੌਰਾਨ ਮੁਸ਼ਕਿਲਾਂ ਆਉਂਦੀਆਂ ਨੇ, ਔਂਕੜਾਂ ਆਉਂਦੀਆਂ ਨੇ, ਜਿਨ੍ਹਾਂ ਨੂੰ ਓਵਰਕਮ ਕੀਤਾ ਜਾ ਸਕਦਾ? ਸਭ ਤੋਂ ਪਹਿਲਾਂ ਤਾਂ ਸਰ ਮੁਸ਼ਕਿਲ ਇਹ ਹੈ ਕਿ ਬੱਚਿਆਂ ਨੂੰ ਰਾਈਟ ਗਾਈਡੈਂਸ ਨਹੀਂ ਮਿਲਦੀ। ਮੈਂ ਇਸ ਤੁਹਾਡੇ ਪਲੇਟਫਾਰਮ ਤੇ ਇੱਕ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਇੱਥੇ ਵੀ ਤੁਸੀਂ ਨੋਟੀਫਿਕੇਸ਼ਨ ਦੀ ਕਦੇ ਵੀ ਵੇਟ ਨਾ ਕਰੋ ਤਿਆਰੀ ਕਰਨ ਲਈ। ਪੰਜਾਬ 'ਚ ਬੱਚੇ ਨੂੰ ਅੱਛੀ ਗਾਈਡੈਂਸ ਨਹੀਂ ਮਿਲਦੀ, ਉਹਨੂੰ ਲੱਗਦਾ ਵੀ ਕੋਈ ਨੌਕਰੀ ਨਿਕਲ ਗਈ ਤੇ ਹੁਣ ਮੈਂ ਤਿਆਰੀ ਕਰਨੀ ਸ਼ੁਰੂ ਕਰਨੀ ਹੈ। ਅਸੀਂ ਇਹ ਰਿਅਲਾਈਜ਼ ਕਰਨਾ ਹੈ ਕਿ ਇਹ ਪੋਸਟਾਂ ਨੇ ਜਿਹਦੀ ਤਿਆਰੀ ਕਰਨ ਲਈ ਆਪਾਂ ਸਾਲ ਪਹਿਲਾਂ 2 ਸਾਲ ਪਹਿਲਾਂ ਤਿਆਰੀ ਸ਼ੁਰੂ ਕਰ ਦੇਣੀ ਹੈ। ਦੂਜੀ ਚੀਜ਼ ਕੀ ਹੈ ਕਿ ਰਾਈਟ ਮੈਂਟਰਸ਼ਿਪ ਨਹੀਂ ਮਿਲਦੀ। ਗਾਈਡੈਂਸ ਤਾਂ ਮਿਲ ਗਈ ਵੀ ਚਲੋ ਜੀ ਕਿਸੇ ਨੂੰ ਦੇਖਿਆ ਬੱਚਾ ਇੰਟੈਲੀਜੈਂਟ ਹੈ, ਉਹਨੂੰ ਤੁਸੀਂ ਗਾਈਡ ਕਰਤਾ ਵੀ PCS ਦੀ ਤਿਆਰੀ ਕਰੋ, ਪਰ ਉਹ ਤਿਆਰੀ ਕਿਵੇਂ ਕਰੇ, ਸਿਲੇਬਸ ਕੀ ਹੈ, ਉਹ ਰਾਈਟ ਡਾਇਰੈਕਸ਼ਨ ਦੇ ਵਿੱਚ ਪੜ੍ਹ ਰਿਹਾ, ਠੀਕ ਕਿਤਾਬਾਂ ਪੜ੍ਹ ਰਿਹਾ, ਠੀਕ ਤਰੀਕੇ ਨਾਲ ਆਨਸਰ ਲਿਖ ਰਿਹਾ ਤੇ ਇਵੈਲੂਏਸ਼ਨ ਨਹੀਂ ਹੁੰਦੀ, ਫਿਰ ਵਧੀਆ ਸਟੱਡੀ ਮਟੀਰੀਅਲ ਪ੍ਰੋਵਾਈਡ ਨਹੀਂ ਹੁੰਦਾ। ਜੇ ਇਹ ਚੀਜ਼ਾਂ ਜੇ ਤੁਸੀਂ ਦੇਖੋਗੇ ਵੀ ਕਿੱਥੇ ਅਵੇਲੇਬਲ ਨੇ ਤਾਂ ਉਹ ਜਾਂ ਚੰਡੀਗੜ੍ਹ ਜਾਂ ਦਿੱਲੀ ਇੱਦਾਂ ਦੇ ਕੁਝ ਸੈਂਟਰਸ ਨੇ, ਉੱਥੇ ਹੀ ਤੁਹਾਨੂੰ ਰਾਈਟ ਐਜੂਕੇਸ਼ਨ ਜਾਂ ਰਾਈਟ ਕੋਚਿੰਗ ਮਿਲ ਰਹੀ ਹੈ। ਪਰ ਉਹ ਕੋਚਿੰਗ ਪਹਿਲੀ ਗੱਲ ਜਿਵੇਂ ਮੈਂ ਕਿਹਾ ਕਿ ਜਾਂ ਤਾਂ ਉਹ ਅਵੇਲੇਬਲ ਹੀ ਹੈ ਨਹੀਂ, ਜੇ ਹੈਗੀ ਹੈ ਤਾਂ ਫਿਰ ਉਹ ਐਕਸੈਸਿਬਲ ਹੈ ਨਹੀਂ, ਕੋਈ ਇੱਕ ਅੱਧੇ ਸ਼ਹਿਰ ਦੇ ਵਿੱਚ ਹੀ ਤੁਹਾਨੂੰ ਮਿਲ ਰਹੀ ਹੈ। ਤੇ ਤੀਜੀ ਚੀਜ਼ ਜਿਹੜੀ ਹੈ ਇਹ ਬਹੁਤ ਮਹਿੰਗੀ ਹੈ। ਕੋਚਿੰਗ ਜਿਹੜੀ ਹੈਗੀ ਹੈ ਇਹਨਾਂ ਪੇਪਰਾਂ ਦੀ ਜਿਹੜੀ ਤਿਆਰੀ ਹੈ, ਇੱਕ ਤਾਂ ਕੋਚਿੰਗ ਹੀ 8-9 ਮਹੀਨੇ ਦਾ ਇੱਕ ਪ੍ਰੋਸੈਸ ਹੈ ਤੇ ਉਹ ਬਹੁਤ ਐਕਸਪੈਂਸਿਵ ਵੀ ਹੈਗਾ। ਤਾਂ ਇਹ ਵੀ ਇੱਕ ਪ੍ਰੋਬਲਮ ਹੈ ਜਿਹੜੀ ਬੱਚਿਆਂ ਨੂੰ ਮਿਲਦੀ ਹੈ ਕਿ ਐਜੂਕੇਸ਼ਨ ਅਵੇਲੇਬਲ ਨਹੀਂ ਹੈਗੀ, ਐਕਸੈਸਿਬਲ ਨਹੀਂ ਹੈਗੀ ਤੇ ਅਫੋਰਡੇਬਲ ਨਹੀਂ ਹੈਗੀ। ਅੱਜ ਦੀ ਜੋ ਸਾਡੀ ਕੋਸ਼ਿਸ਼ ਹੈ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਜ਼ਿਆਦਾ ਤੋਂ ਜ਼ਿਆਦਾ ਕਲੈਰਿਟੀ ਜਿਹੜੀ ਹੈ ਉਹ ਪਹੁੰਚਾਉਣਾ ਹੈ, ਤੇ ਤੁਹਾਡੇ ਜੋ ਸਵਾਲ ਨੇ, ਜੋ ਕੁਐਰੀ ਤੁਹਾਡੇ ਮਨ ਦੇ ਵਿੱਚ PCS ਨੂੰ ਲੈ ਕੇ ਹੈ, ਉਸ ਨੂੰ ਵੀ ਦੂਰ ਕਰਨਾ ਸਾਡੀ ਇਹ ਕੋਸ਼ਿਸ਼ ਹੈ। ਤੇ ਸਰ ਇੱਥੇ ਵੇਲਾ ਤੇ ਛੋਟੇ ਜਿਹੇ ਬ੍ਰੇਕ ਦਾ ਹੈ, ਤੇ ਬ੍ਰੇਕ ਤੋਂ ਬਾਅਦ ਜਿਹੜੇ ਸਵਾਲ ਨੇ ਸਟੂਡੈਂਟਸ ਦੇ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ, ਜਿਹਦੇ ਜਵਾਬ ਤੁਸੀਂ ਦੇਣੇ ਹੈ। ਬਸ ਇਹ ਹੋਵੇਗਾ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਚੇਤਨ ਭਾਰਤ ਸਟੱਡੀ ਐਕਸਪਰਟ ਟਾਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਚੇਤਨ ਭਾਰਤ ਸਟੱਡੀ ਐਕਸਪਰਟ ਟਾਕ, ਤੇ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ PCS ਐਂਡ ਐਲਾਈਡ ਸਰਵਿਸ ਹੈ। ਤੇ ਸਾਡੇ ਨਾਲ CBL ਚੇਤਨ ਭਾਰਤ ਲਰਨਿੰਗ ਦੇ ਡਾਇਰੈਕਟਰ ਨੇ ਮਿਸਟਰ ਚੇਤਨ ਸ਼ਰਮਾ। ਸਰ ਬਹੁਤ ਵਿਸਤਾਰਪੂਰਵਕ ਤੁਸੀਂ ਹੁਣ ਤੱਕ ਜਾਣਕਾਰੀ ਦਿੱਤੀ ਹੈ, ਪਰ ਜਿਵੇਂ ਤੁਸੀਂ ਬ੍ਰੇਕ ਵਿੱਚ ਜਾਣ ਤੋਂ ਪਹਿਲੇ ਕਹਿ ਰਹੇ ਸੀ ਕਿ ਆਫਲਾਈਨ ਜੋ ਕੋਚਿੰਗ ਹੈ PCS ਦੀ ਹੋਵੇ ਜਾਂ UPSC ਦੀ, ਉਹ ਬੜੀ ਮਹਿੰਗੀ ਹੁੰਦੀ ਹੈ। ਕਿੰਨੀ ਕੁ ਮਹਿੰਗੀ ਹੁੰਦੀ ਹੈ? ਸਰ ਦੇਖੋ, ਪਹਿਲੀ ਚੀਜ਼ ਤਾਂ ਨਾ ਅਸੀਂ ਇਹ ਸਮਝਣੀ ਹੈ ਵੀ ਮੈਕਸਿਮਮ ਸਟੂਡੈਂਟਸ ਜਿਹੜੇ PCS ਦਾ ਪੇਪਰ ਕਲੀਅਰ ਕਰ ਰਹੇ ਨੇ, ਜਾਂ ਫਿਰ ਕੋਈ ਵੀ ਸਟੇਟ ਤੁਸੀਂ ਅੱਜ ਚੱਕ ਲਓ, UP, ਬਿਹਾਰ, ਹਰਿਆਣਾ, ਮੈਕਸਿਮਮ ਸਟੂਡੈਂਟ ਜਿਹੜੇ ਪੇਪਰ ਕਲੀਅਰ ਕਰ ਰਹੇ ਨੇ ਉਹ UPSC ਦੇ ਐਸਪੀਰੈਂਟਸ ਨੇ। ਹੁਣ UPSC ਦੀ ਤਿਆਰੀ ਕਰਨ ਲਈ ਨਾਰਮਲੀ ਬੱਚੇ ਦਿੱਲੀ ਜਾਂਦੇ ਨੇ। ਇੱਕ ਐਵਰੇਜ ਜਿਹੜਾ ਕੋਰਸ ਹੈਗਾ, ਜਿਹੜਾ ਸਾਲ ਪ੍ਰੋਪਰ ਜਸਟਿਸ ਕਰਦਾ ਸਟੂਡੈਂਟਸ ਨਾਲ, ਉਹਦੀ ਫੀਸ ਹੁੰਦੀ ਹੈ ਲੱਖ ਰੁਪਏ ਤੋਂ ਸ਼ੁਰੂ ਹੋ ਕੇ ਉਹ 1,75,000 2 ਲੱਖ ਤੱਕ ਤਾਂ ਕੋਚਿੰਗ ਫੀਸ ਹੀ ਹੈ। ਉਸ ਤੋਂ ਬਾਅਦ ਜੇ ਹੁਣ ਮੰਨ ਲਓ ਮੈਂ ਜਲੰਧਰ ਦਾ ਨਿਵਾਸੀ ਹਾਂ ਤੇ ਮੈਂ ਦਿੱਲੀ ਚੱਲ ਗਿਆ ਜਾਂ ਮੈਂ ਚੰਡੀਗੜ੍ਹ ਚੱਲ ਗਿਆ, ਤਾਂ ਮੈਨੂੰ ਹਰ ਮਹੀਨੇ ਦਾ 20-25 ਹਜ਼ਾਰ ਦਾ ਮੇਰਾ ਉੱਥੇ ਰਹਿਣ ਖਾਣ ਪੀਣ ਦਾ ਵੀ ਖਰਚਾ ਹੈ। ਸਾਲ ਬਾਅਦ ਤੁਸੀਂ ਇਹ ਨੋਟ ਕਰਦੇ ਹੋ ਵੀ ਤੁਹਾਡੀ ਤਿਆਰੀ ਦੇ ਉੱਤੇ ਹੀ 4-5 ਲੱਖ ਰੁਪਏ ਲੱਗ ਗਿਆ। ਤਾਂ ਇਸ ਕਰਕੇ ਕੋਚਿੰਗ ਜਿਹੜੀ ਆਫਲਾਈਨ ਕੋਚਿੰਗ ਹੈ ਇਹ ਅਫੋਰਡੇਬਲ ਨਹੀਂ ਹੈਗੀ। ਦੂਜੀ ਚੀਜ਼ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਵੀ ਇਹਦੀ ਥਾਂ ਤੇ ਜਿਹੜੀ ਬੈਟਰ ਆਲਟਰਨੇਟਿਵਸ ਨੇ ਆਨਲਾਈਨ ਅੱਜ ਦੀ ਡੇਟ ਦੇ ਵਿੱਚ ਸਾਰਿਆਂ ਕੋਲ ਫੋਨਸ ਹੈਗੇ ਨੇ, ਸਮਾਰਟਫੋਨਸ ਹੈਗੇ ਨੇ, ਉੱਥੇ ਬਹੁਤ ਸਾਰੇ ਆਪਸ਼ਨਸ ਨੇ। ਜਿਵੇਂ ਮੈਂ ਤੁਹਾਨੂੰ ਗੱਲ ਕਰ ਰਿਹਾ ਸੀਗਾ ਵੀ ਅਸੀਂ ਚੇਤਨ ਭਾਰਤ ਲਰਨਿੰਗ ਦੇ ਵਿੱਚ ਟਰਾਈ ਕਰਦੇ ਹਾਂ ਵੀ ਜੋ ਵੀ ਆਫਲਾਈਨ ਫੀਸ ਹੈ ਉਹਦੀ 10% ਦੇ ਉੱਤੇ ਜੋ ਖਰਚਾ ਹੋਣਾ ਸੀ ਬੱਚੇ ਦਾ, ਉਹਦਾ 10% ਦੇ ਉੱਤੇ ਹੀ ਪ੍ਰੋਪਰ ਉਹਦੀ ਸਾਰੀ ਦੀ ਸਾਰੀ ਕੋਚਿੰਗ ਉਹਨੂੰ ਘਰੇ ਬੈਠ ਕੇ 10% ਤੇ। ਹਾਂਜੀ, ਵੀ ਜੇ ਮੰਨ ਲਓ ਉਹਦਾ ਬੱਚੇ ਦਾ 4 ਲੱਖ ਰੁਪਏ ਲੱਗਣਾ ਸੀ ਤਾਂ 40,000 ਲੱਗੇ, ਜੇ 3 ਲੱਖ ਲੱਗਣਾ ਸੀ ਕਿਸੇ ਚੀਜ਼ ਦਾ ਤਾਂ 30,000 ਦੇ ਵਿੱਚ ਹੋ ਜੇ। ਤੇ ਤੁਹਾਨੂੰ ਸ਼ਾਇਦ ਪਤਾ ਹੋਏਗਾ ਕਿ ਪਿਛਲੇ ਸਾਲ ਕੋਵਿਡ ਦੇ ਟਾਈਮ 'ਚ ਤਾਂ ਅਸੀਂ ਚੇਤਨ ਭਾਰਤ ਲਰਨਿੰਗ ਨੇ ਸਿੱਖਿਆ ਦਾ ਲੰਗਰ ਚਲਾ ਕੇ ਬਿਲਕੁਲ ਫ੍ਰੀ ਆਫ ਕਾਸਟ ਹੀ ਸਾਰੇ ਬੱਚਿਆਂ ਨੂੰ 25,000 ਬੱਚਿਆਂ ਨੂੰ ਪੰਜਾਬ PCS ਦੀ ਤਿਆਰੀ ਕਰਾਈ ਸੀ। ਕੀ ਬਾਤ! ਇਹਦੇ ਲਈ ਮੈਨੂੰ ਲੱਗਦਾ ਤੁਸੀਂ ਵਧਾਈ ਦੇ ਪਾਤਰ ਹੋ, ਤੇ ਜੋ ਉਸ ਦੇ ਜ਼ਰੀਏ ਅੱਜ ਕਲੀਅਰ ਕਰ ਪਾਏ ਨੇ ਐਗਜ਼ਾਮ, ਉਹਨਾਂ ਦੀ ਦੁਆਵਾਂ ਵੀ ਤੁਹਾਡੇ ਨਾਲ ਹੀ ਨੇ। ਹਾਂਜੀ। ਤੇ ਬਹੁਤ ਬੱਚੇ ਜਿਹੜੇ ਸੀਗੇ ਜਿਨ੍ਹਾਂ ਨੂੰ ਇੱਕ ਰਾਈਟ ਗਾਈਡੈਂਸ ਤੇ ਰਾਈਟ ਮੈਂਟਰਸ਼ਿਪ, ਤੇ ਵੱਡੀ ਗੱਲ ਹੈ ਕੋਵਿਡ ਦੇ ਟਾਈਮ 'ਚ ਜਿਹੜੀ ਡਿਪਰੈਸ਼ਨ ਸੀਗੀ ਉਸ ਤੋਂ ਨਿਕਲਣ ਲਈ ਇੱਕ ਜਿਹੜੀ ਮੋਟੀਵੇਸ਼ਨ ਚਾਹੀਦੀ ਸੀ ਉਹ ਬੱਚਿਆਂ ਨੂੰ ਬਹੁਤ ਮਿਲੀ, ਤੇ ਉਹਦੇ ਰਿਜ਼ਲਟਸ ਵੀ ਸਾਡੇ ਸਾਹਮਣੇ ਨੇ। ਬਿਲਕੁਲ ਸਰ। ਤੇ ਹੁਣ ਮੈਨੂੰ ਲੱਗਦਾ ਕਿ ਕਾਲ ਦੇ ਜ਼ਰੀਏ ਜੋ ਸਵਾਲ ਸਾਡੇ ਤੱਕ ਪਹੁੰਚੇ ਨੇ ਉਸ ਦੇ ਜਵਾਬ ਵੀ ਸਟੂਡੈਂਟ ਜਾਨਣਾ ਚਾਹਣਗੇ। ਤੇ ਪਹਿਲਾ ਸਵਾਲ ਜਿਹੜਾ ਕਾਲ ਦੇ ਜ਼ਰੀਏ ਸਾਡੇ ਤੱਕ ਪਹੁੰਚਿਆ, ਆਓ ਉਹ ਸੁਣਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਸਰ, ਮੈਂ ਹਰਸਿਮਰਨ ਗੱਲ ਕਰ ਰਹੀ ਹਾਂ ਮੋਹਾਲੀ ਤੋਂ। ਮੈਂ ਆਪਣੀ ਗ੍ਰੈਜੂਏਸ਼ਨ BSc ਵਿੱਚ ਕੀਤੀ ਹੋਈ ਹੈ, ਪਰ ਮੇਰਾ ਬਚਪਨ ਤੋਂ ਇੱਕ ਸੁਪਨਾ ਰਿਹਾ ਹੈ ਕਿ ਮੈਂ ਪੰਜਾਬ PCS ਦਾ ਐਗਜ਼ਾਮ ਕਲੀਅਰ ਕਰਾਂ ਅਤੇ ਆਫਿਸਰ ਲੱਗਾ। ਜਦੋਂ ਆਂਢ ਗੁਆਂਢ ਤੋਂ ਮੈਂ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਇਸ ਐਗਜ਼ਾਮ ਦੀ ਤਿਆਰੀ ਲਈ ਦਿੱਲੀ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। ਨਾ ਮੈਂ ਦਿੱਲੀ ਜਾਣਾ ਚਾਹੁੰਦੀ ਹਾਂ ਅਤੇ ਨਾ ਮੇਰੀ ਫੈਮਿਲੀ ਮੈਨੂੰ ਸੈਂਡ ਕਰਨਾ ਚਾਹੁੰਦੀ ਹੈ। ਸੋ ਇਸ ਐਗਜ਼ਾਮ ਦੀ ਕੋਚਿੰਗ ਲਈ ਦਿੱਲੀ ਜਾਣਾ ਜ਼ਰੂਰੀ ਹੈ? ਬਹੁਤ ਵਧੀਆ ਤੇ ਇਹ ਰੈਲੇਵੈਂਟ ਸਵਾਲ ਹੈ। ਪਹਿਲੀ ਚੀਜ਼ ਤਾਂ ਮੈਂ ਇਹ ਕਹਾਂਗਾ ਵੀ ਅੱਜ ਤੋਂ 6 ਸਾਲ ਪਹਿਲਾਂ 7 ਸਾਲ ਪਹਿਲਾਂ ਸ਼ਾਇਦ ਇਹ ਟਰੂ ਹੁੰਦਾ। ਉਸ ਟਾਈਮ ਕੀ ਸੀਗਾ ਕਿ ਇੱਕ ਹਾਈ ਲੈਵਲ ਦੀ ਐਜੂਕੇਸ਼ਨ ਸਿਵਲ ਸਰਵਿਸਿਜ਼ ਦੀ ਦਿੱਲੀ ਦੇ ਵਿੱਚ ਜਿਹੜੀ ਸੀ ਉਹ ਬੈਟਰ ਮਿਲਦੀ ਸੀ ਕੰਪੇਅਰ ਟੂ ਅਦਰ ਪਲੇਸਿਸ। ਅੱਜ ਦੀ ਡੇਟ 'ਚ ਆਨਲਾਈਨ ਦਾ ਜ਼ਮਾਨਾ ਹੈ,
ਬੈਸਟ ਲੈਕਚਰਸ ਜਿਹੜੇ ਨੇ ਰਿਕਾਰਡਡ ਲੈਕਚਰ ਉਹ ਬੱਚਿਆਂ ਨੂੰ ਫੋਨਸ ਤੇ ਮਿਲ ਜਾਂਦੇ ਨੇ, ਲੈਪਟਾਪ ਤੇ, ਟੈਬ ਤੇ ਉਹ ਦੇਖ ਸਕਦੇ ਨੇ। ਉਸ ਤੋਂ ਬਾਅਦ ਦਿੱਲੀ ਜਾਣ ਦੀ ਬਹੁਤ ਸਾਰੀ ਪ੍ਰੋਬਲਮਸ ਵੀ ਨੇ ਜਿਹੜੇ ਬੱਚਿਆਂ ਨੂੰ ਦੱਸੀ ਨਹੀਂ ਜਾਂਦੀਆਂ। ਉਹਨਾਂ ਨੂੰ ਸਿਰਫ ਇਹ ਦੱਸਿਆ ਜਾਂਦਾ ਵੀ ਦਿੱਲੀ ਜਾ ਕੇ ਕੋਚਿੰਗ ਕਰ ਲਓ। ਪਹਿਲੀ ਚੀਜ਼ ਤਾਂ ਇਹ ਹੈ ਵੀ ਜੇ ਤੁਸੀਂ ਦਿੱਲੀ ਜਾਓਗੇ ਤਾਂ ਕੋਈ ਇਹੋ ਜਿਹੇ ਇੰਸਟੀਚਿਊਟ 'ਚ ਜਾਓਗੇ ਜਿਹੜਾ ਬਹੁਤ ਪਪੂਲਰ ਹੋਊਗਾ। ਹੁਣ ਜੇ ਪਪੂਲਰ ਹੈ ਤਾਂ ਉੱਥੇ ਕੀ ਹੋਣਾ, ਇੰਨੇ ਸਾਰੇ ਬੱਚੇ ਹੋਣੇ ਆ ਵੀ ਤੁਹਾਨੂੰ ਉੱਥੇ ਟਾਈਮ ਲਈ ਕਲਾਸ ਦੇ ਵਿੱਚ ਅੱਗੇ ਬੈਠਣ ਲਈ ਘੰਟਾ ਪਹਿਲਾਂ ਜਾਣਾ ਪੈਣਾ। ਤੁਹਾਡਾ ਘੰਟਾ ਜਾਣ ਦਾ, ਘੰਟਾ ਆਉਣ ਦਾ, ਪਹਿਲੀ ਇਹ ਚੀਜ਼ ਦੀ ਪ੍ਰੋਬਲਮ ਆਉਂਦੀ ਹੈ। ਦੂਜੀ ਚੀਜ਼ ਹੈ ਖਾਣਾ ਪੀਣਾ। ਅੱਜ ਦੀ ਡੇਟ ਦੇ ਵਿੱਚ ਉੱਦਾਂ ਹੀ ਕੋਵਿਡ ਦਾ ਟਾਈਮ ਹੈ, ਅਸੀਂ ਅਵੋਇਡ ਕਰਦੇ ਹਾਂ ਬਾਹਰ ਦਾ ਖਾਣੇ ਪੀਣ ਦਾ, ਕੋਈ ਹਿਸਾਬ ਨਹੀਂ ਰਹਿੰਦਾ। ਉਸ ਤੋਂ ਬਾਅਦ ਕੀ ਹੈ ਵੀ ਦਿੱਲੀ ਦੇ ਵਿੱਚ ਨਾ ਅੱਜ ਵੀ ਪੁਰਾਣਾ ਕਲਚਰ ਚੱਲ ਰਿਹਾ। ਉਹ ਕੀ ਹੈ ਵੀ 4-4 ਘੰਟੇ ਦੀ ਕਲਾਸਾਂ ਹੁੰਦੀਆਂ, ਉਹਦੇ ਵਿੱਚ 2-2 2.5 ਘੰਟੇ ਉਹ ਲਿਖਾਉਂਦੇ ਰਹਿੰਦੇ ਨੇ ਤੇ ਸਟੂਡੈਂਟ ਕੋਲ ਸੈਲਫ ਸਟੱਡੀ ਕਰਨ ਦਾ ਟਾਈਮ ਨਹੀਂ ਰਹਿੰਦਾ। ਤੇ ਦੇਖੋ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਜੇ ਤੁਸੀਂ ਆਪ ਸੈਲਫ ਸਟੱਡੀ ਨਹੀਂ ਕਰੋਗੇ ਤੁਸੀਂ PCS ਆਫੀਸਰ ਨਹੀਂ ਬਣ ਸਕਦੇ। ਤਾਂ ਮੇਰੇ ਹਿਸਾਬ ਨਾਲ ਕੀ ਹੈ ਕਿ ਨੋਟਸ ਤੁਹਾਨੂੰ PDF ਫਾਰਮ 'ਚ ਆਨਲਾਈਨ ਪੋਰਟਲਸ 'ਚ ਪਲੇਟਫਾਰਮ 'ਚ ਪ੍ਰੋਵਾਈਡਡ ਹੁੰਦੇ ਨੇ, ਜਿਵੇਂ ਅਸੀਂ ਵੀ ਚੇਤਨ ਭਾਰਤ ਲਰਨਿੰਗ ਦੇ ਵਿੱਚ ਕਰਦੇ ਹਾਂ। ਆਨਲਾਈਨ ਸਿਸਟਮ ਦੇ ਵਿੱਚ ਤੁਹਾਨੂੰ ਲੈਕਚਰਸ ਮਿਲਦੇ ਨੇ ਤੇ ਤੁਸੀਂ ਡਾਊਟ ਜਿੰਨੀ ਮਰਜ਼ੀ ਵਾਰ ਤੁਸੀਂ ਪੁੱਛ ਸਕਦੇ ਹੋ, ਕਿਉਂਕਿ ਆਨਲਾਈਨ ਦੇ ਵਿੱਚ ਤਾਂ ਤੁਸੀਂ ਵੀਡੀਓ ਪਿੱਛੇ ਰਿਪੀਟ ਕਰਕੇ ਹੀ ਵੇਖਣੀ ਹੈ। ਉਸ ਤੋਂ ਬਾਅਦ ਟੈਸਟ ਜਿਹੜੇ ਨੇ ਹੁਣ ਆਫਲਾਈਨ ਸੈਟਅਪ ਦੇ ਵਿੱਚ ਦਿੱਲੀ ਦੇ ਵਿੱਚ ਜੇ ਕੋਈ ਵਧੀਆ ਇੰਸਟੀਚਿਊਟ ਹੈ ਤੁਹਾਡੇ 5 ਨਹੀਂ 10 ਟੈਸਟ ਲੈ ਲੂਗਾ, 10 ਨਹੀਂ 12 ਲੈ ਲੂਗਾ। ਆਨਲਾਈਨ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ 25-25 30-30 ਟੈਸਟ ਦੇਣ ਦੀ। ਜਦੋਂ ਅਸੀਂ ਟੈਸਟ ਦਿੰਦੇ ਹਾਂ ਰਿਪੀਟਡਲੀ ਤਾਂ ਸਾਨੂੰ ਸਾਡੀ ਪ੍ਰੈਪਰੇਸ਼ਨ ਦਾ ਵੀ ਪਤਾ ਲੱਗਦਾ ਹੈ। ਤੇ ਇੱਕ ਹੋਰ ਵੱਡੀ ਚੀਜ਼, ਜਿਵੇਂ ਵਰਕਿੰਗ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਦੀ ਇਹ ਲਾਈਫ ਸਟਾਈਲ ਹੀ ਅਲਾਉ ਨਹੀਂ ਕਰਦਾ ਵੀ ਉਹ ਆਪਦੀ ਜੌਬ ਛੱਡ ਕੇ ਦਿੱਲੀ ਜਾਣ ਜਾਂ ਚੰਡੀਗੜ੍ਹ ਆਉਣ, ਉਹਨਾਂ ਲਈ ਤਾਂ ਆਨਲਾਈਨ ਜਿਹੜੀ ਹੈਗੀ ਹੈ ਇਹ ਫੈਸਿਲਿਟੀ, ਇਹ ਬਲੈਸਿੰਗ ਹੈ। ਉਹ ਸਵੇਰੇ ਪੜ੍ਹ ਸਕਦੇ ਨੇ, ਉਹ ਰਾਤ ਨੂੰ ਪੜ੍ਹ ਸਕਦੇ ਨੇ, ਉਹ ਵੀਕਐਂਡ 'ਤੇ ਤਿਆਰੀ ਕਰ ਸਕਦੇ ਨੇ। ਜਾਂ ਫਿਰ ਜਿਹੜੇ ਬੱਚੇ ਕਾਲਜ ਜਾ ਰਹੇ ਨੇ, ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਵੀ ਕਾਲਜ ਜਿਹੜਾ ਬੱਚਾ ਜਾ ਰਿਹਾ ਜਾਂ ਸਕੂਲ ਜਿਹੜਾ ਬੱਚਾ ਜਾ ਰਿਹਾ ਉਹਨੂੰ ਹੀ ਤਿਆਰੀ ਕਰਨੀ ਸ਼ੁਰੂ ਕਰਨੀ ਹੈ, ਕਿਉਂਕਿ ਇੱਕ ਦਿਨ ਤੁਸੀਂ ਜੱਜਾਂ ਦੇ, IAS ਆਫੀਸਰਸ ਦੇ, ਇਹਨਾਂ ਦੇ ਬੱਚਿਆਂ ਦੇ ਨਾਲ ਕੰਪੀਟ ਕਰਨਾ ਹੈ। ਉਹਨਾਂ ਦੇ ਘਰ ਦੇ ਮਾਹੌਲ ਹੀ ਪੜ੍ਹਾਈ ਵਾਲੇ ਹੁੰਦੇ ਨੇ ਤੇ ਤੁਸੀਂ ਜੇ ਉਹਨਾਂ ਦੇ ਨਾਲ ਕੰਪੀਟ ਕਰਕੇ DSP SDM ਲੱਗਣਾ ਤਾਂ ਤੁਸੀਂ ਕਾਲਜ ਦੇ ਨਾਲ ਤਿਆਰੀ ਕਰੋ। ਤਾਂ ਉਹਦੇ ਲਈ ਤੁਹਾਨੂੰ ਦਿੱਲੀ ਜਾਣ ਦੀ ਲੋੜ ਨਹੀਂ ਹੈਗੀ। ਇੱਕ ਵਧੀਆ ਆਨਲਾਈਨ ਪਲੇਟਫਾਰਮ ਦੇ ਉੱਤੇ ਸੈਲਫ ਡਿਸਿਪਲਿਨ ਆਪਣੇ ਅੰਦਰ ਲਿਆ ਕੇ ਤੁਸੀਂ ਘਰ ਬੈਠ ਕੇ ਤਿਆਰੀ ਕਰ ਸਕਦੇ ਹੋ ਵਿਦਆਊਟ ਗੋਇੰਗ ਟੂ ਦਿੱਲੀ। So many students become IAS officers and most of the PCS officers ਜਿਹੜੇ ਬਣੇ ਨੇ ਇਸ ਵਾਰੀ ਵੀ ਉਹ ਦਿੱਲੀ ਜਾ ਕੇ ਉਹਨਾਂ ਨੇ ਤਿਆਰੀ ਨਹੀਂ ਕੀਤੀ। ਕਿਆ ਬਾਤ ਹੈ। ਮੈਨੂੰ ਲੱਗਦਾ ਹੈ ਕਿ ਸਰ ਅੱਜ ਤੁਸੀਂ ਜਿਹਨੂੰ ਕਹਿੰਦੇ ਅੰਦਰ ਦੇ ਰਾਜ਼ ਵੀ ਖੋਲ੍ਹ ਰਹੇ ਹੋ ਔਰ ਉਹ ਗੁੱਝੀਆਂ ਗੱਲਾਂ ਦੱਸ ਰਹੇ ਹੋ ਜੋ ਸਟੂਡੈਂਟਸ ਲਈ ਕਾਫੀ ਫਾਇਦੇਮੰਦ ਹੋਣਗੀਆਂ। ਤੇ ਅਗਲਾ ਸਵਾਲ ਵੀ ਸਾਡੇ ਕੋਲ ਕਾਲ ਦੇ ਜ਼ਰੀਏ ਪਹੁੰਚਿਆ ਹੈ, ਉਹ ਸਵਾਲ ਕੀ ਹੈ ਉਹ ਵੀ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਮੈਂ ਮਨਪ੍ਰੀਤ ਗੱਲ ਕਰ ਰਿਹਾ ਫਿਰੋਜ਼ਪੁਰ ਤੋਂ। ਮੈਂ ਨਾ ਆਨਲਾਈਨ ਕੋਰਸ ਲੈਣ ਬਾਰੇ ਸੋਚ ਰਿਹਾ ਸੀ, ਬਟ ਮੇਰੀ ਨਾ ਕੁਛ ਕਨਫਿਊਜ਼ਨ ਹੈ, ਪਲੀਜ਼ ਉਹ ਦੂਰ ਕਰ ਦਿਓ ਸਰ। ਆਨਲਾਈਨ ਪਲੇਟਫਾਰਮ ਦੇ ਉੱਤੇ ਜਿਹੜੇ ਵਿਦਿਆਰਥੀਆਂ ਦੇ ਡਾਊਟਸ ਹੈ ਉਹ ਕਿਵੇਂ ਆਨਸਰ ਹੁੰਦੇ ਆ, ਇੱਕ ਤਾਂ ਇਹ ਦੱਸ ਦਿਓ। ਅਤੇ ਜੇ ਬੱਚਿਆਂ ਨੇ ਆਪਣੇ ਆਨਸਰਸ ਚੈੱਕ ਕਰਵਾਉਣੇ ਹੋਣ ਜਾਂ ਟੀਚਰ ਨਾਲ ਗੱਲ ਕਰਨੀ ਹੋਵੇ ਉਹ ਕਿੱਦਾਂ ਹੋ ਸਕਦਾ? ਪਲੀਜ਼ ਸਰ ਇਹ ਮੇਰੀ ਕਨਫਿਊਜ਼ਨ ਦੂਰ ਕਰ ਦਿਓ। ਇਹਦੇ ਵਿੱਚ ਵੀ ਸਰ ਇੱਕ ਮਿਸਕਨਸੈਪਸ਼ਨ ਹੈ ਵੀ ਜਦੋਂ ਮੈਂ ਫਿਜ਼ੀਕਲ ਸੈਟਅਪ ਦੇ ਵਿੱਚ ਚੱਲ ਗਿਆ ਤਾਂ ਟੀਚਰ ਮੇਰੇ ਸਾਹਮਣੇ ਹੈ ਤੇ ਮੈਂ ਡਾਊਟ ਪੁੱਛ ਸਕਦਾ ਹਾਂ, ਬਟ ਮੈਂ ਆਨਲਾਈਨ ਨਹੀਂ ਪੁੱਛ ਸਕਦਾ। ਰਿਐਲਿਟੀ ਇਹਦੀ ਬਿਲਕੁਲ ਆਪੋਜ਼ਿਟ ਹੈ। ਹੁੰਦਾ ਕੀ ਹੈ, ਜਦੋਂ ਆਫਲਾਈਨ ਕਲਾਸ ਦੇ ਵਿੱਚ ਮੈਂ ਬੈਠਾ ਤਾਂ 100-150 ਬੱਚਾ ਬੈਠਿਆ ਹੋਊਗਾ। ਜੇ ਮੈਂ ਚੱਜ ਦੇ ਇੰਸਟੀਚਿਊਟ 'ਚ ਗਿਆ ਤੇ ਜੇ ਉਹ ਮਾੜਾ ਇੰਸਟੀਚਿਊਟ ਹੈ ਤਾਂ ਮੈਂ ਫਿਰ ਜਾਊਂਗਾ ਹੀ ਨਹੀਂ ਉੱਥੇ। ਹੁਣ ਜਦੋਂ 100 ਬੱਚੇ ਬੈਠੇ ਹੁੰਦੇ ਨੇ ਲੈਕਚਰ ਤੋਂ ਬਾਅਦ ਟੀਚਰ ਨੂੰ ਕੋਈ ਖਾਸ 10 ਬੱਚੇ ਘੇਰ ਲੈਂਦੇ ਨੇ, ਬੱਚਾ ਜਾਂ ਤਾਂ ਸ਼ਰਮੀ ਸਵਾਲ ਹੀ ਨਹੀਂ ਪੁੱਛਦਾ ਜਾਂ ਫਿਰ ਜਿਹੜੇ 2-4 ਬੱਚੇ ਨੇ ਜਿਹੜੇ ਅੱਗੇ ਬੈਠੇ ਨੇ ਉਹਨਾਂ ਨੇ ਆਪਣੇ ਡਾਊਟ ਪੁੱਛ ਲੈਣੇ ਆ। ਕਲਾਸ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਵੀ ਬੱਚਾ ਜਿਹੜਾ ਹੈਗਾ ਹੱਥ ਖੜਾ ਕਰਨ ਤੋਂ ਪਹਿਲਾਂ 100 ਵਾਰ ਸੋਚਦਾ ਵੀ ਯਾਰ ਕੀ ਪਤਾ ਮੈਨੂੰ ਨਾ ਸਮਝ ਆਉਂਦਾ ਹੋਵੇ, ਟੀਚਰ ਤਾਂ ਠੀਕ ਹੀ ਪੜ੍ਹਾ ਰਿਹਾ ਹੋਣਾ। ਆਨਲਾਈਨ ਦੇ ਵਿੱਚ ਮੈਂ ਚੇਤਨ ਭਾਰਤ ਲਰਨਿੰਗ ਦਾ ਦੱਸ ਸਕਦਾ ਅਤੇ ਵੱਖਰੇ ਪਲੇਟਫਾਰਮਸ ਦਾ ਆਪਣਾ ਸਿਸਟਮ ਹੁੰਦਾ ਹੈ। ਆਨਲਾਈਨ ਦੇ ਵਿੱਚ ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜੀ ਸਾਡੀ ਲਰਨਿੰਗ ਐਪ ਹੈ ਉੱਥੇ ਲੈਕਚਰ ਦੇ ਥੱਲੇ ਕਮੈਂਟ ਸੈਕਸ਼ਨ ਹੈ। ਜਿਵੇਂ ਤੁਸੀਂ YouTube ਦੇ ਵਿੱਚ ਕਮੈਂਟ ਕਰ ਸਕਦੇ ਹੋ ਉੱਦਾਂ ਲੈਕਚਰ ਦੇਖ ਕੇ ਤੁਸੀਂ ਥੱਲੇ ਕਮੈਂਟ 'ਤੇ ਆਪਣਾ ਡਾਊਟ ਪੁੱਛ ਸਕਦੇ ਹੋ। ਅਤੇ ਜਿਹੜਾ ਟੀਚਰ ਹੈ ਉਹਨੂੰ ਦੇਖ ਕੇ ਰੀਜ਼ਨੇਬਲ ਟਾਈਮ ਲਾਈਨ ਦੇ ਵਿੱਚ ਜਾਂ ਤਾਂ ਕਮੈਂਟ ਪਾ ਦਿੰਦਾ ਜਾਂ ਫਿਰ ਜਿਹਨੂੰ ਲੱਗਦਾ ਵੀ ਬੱਚੇ ਨੂੰ ਕਾਲ ਕਰਨ ਦੀ ਲੋੜ ਹੈ ਤਾਂ ਕਾਲ ਕਰ ਲੈਂਦਾ, ਜਾਂ ਟੀਚਰ ਨੂੰ ਲੱਗਦਾ ਵੀ ਇਹ ਕਨਸੈਪਟ ਹੀ ਮੈਂ ਦੁਬਾਰਾ ਪੜ੍ਹਾ ਦਾਂ ਤਾਂ ਉਹ ਇੱਕ ਸਬਸੀਕੁਐਂਟ ਅਗਲੀ ਵੀਡੀਓ ਬਣਾ ਕੇ ਉਹ ਬੱਚੇ ਦੇ ਡਾਊਟ ਲੈ ਲੈਂਦਾ। ਦੂਜੀ ਚੀਜ਼ ਕੀ ਹੈ, ਅਸੀਂ ਬੱਚਿਆਂ ਨੂੰ WhatsApp ਗਰੁੱਪ ਦੇ ਵਿੱਚ ਐਡ ਕਰਦੇ ਹਾਂ। ਉਹਦੇ ਵਿੱਚ ਬੱਚਾ WhatsApp ਦੇ ਰਾਹੀਂ ਆਪਣਾ ਡਾਊਟ ਪੁੱਛ ਸਕਦਾ ਹੈ ਅਤੇ ਟੀਚਰ ਵੀ ਹੁੰਦਾ ਉਸ WhatsApp ਗਰੁੱਪ ਦੇ ਵਿੱਚ ਅਤੇ ਉਹ ਉਹਦਾ ਰਿਪਲਾਈ ਕਰ ਦਿੰਦਾ। ਤੀਜੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਲੈਕਚਰਸ ਤਾਂ ਅਸੀਂ ਸਟੂਡੈਂਟਸ ਨੂੰ ਪ੍ਰੋਵਾਈਡ ਕਰਦੇ ਆਨਲਾਈਨ ਦੇ ਵਿੱਚ। ਸਟੂਡੈਂਟਸ ਦੇ ਮੈਂਟਰਸ਼ਿਪ ਵੀ ਚਾਹੀਦੀ ਹੁੰਦੀ ਹੈ। ਇੱਕ ਤਾਂ ਤੁਸੀਂ ਡਾਊਟ ਪੁੱਛ ਲਿਆ ਵੀ ਸਰ ਮੈਨੂੰ ਫਲਾਣੇ ਕਨਸੈਪਟ ਦੇ ਵਿੱਚ ਡਾਊਟ ਹੈ। ਇੱਕ ਹੁੰਦਾ ਵੀ ਸਰ ਮੇਰੇ ਕੋਲ ਇੱਕ ਕਰੀਅਰ ਦੀ ਇਹ ਆਪਸ਼ਨ ਹੈ, ਇੱਕ ਦੂਜੀ ਆਪਸ਼ਨ ਹੈ, ਜਾਂ ਸਰ ਮੈਂ ਟਾਈਮ ਟੇਬਲ ਕੀ ਬਣਾਵਾਂ, ਮੈਂ ਜੌਬ ਵੀ ਕਰ ਰਿਹਾ ਜਾਂ ਮੇਰੇ ਕਾਲਜ ਦੇ ਪੇਪਰ ਵੀ ਆ ਰਹੇ ਨੇ। ਇਹ ਹੁੰਦੀ ਹੈ ਮੈਂਟਰਸ਼ਿਪ। ਇਹਦੇ ਲਈ ਅਸੀਂ ਲਾਈਵ ਮੈਂਟਰਸ਼ਿਪ ਐਂਡ ਡਾਊਟ ਸੈਸ਼ਨ ਵੀਕਲੀ ਕੰਡਕਟ ਕਰਦੇ ਹਾਂ, ਜਿੱਥੇ ਟੀਚਰ ਆਉਂਦਾ ਹੈ, ਸਟੂਡੈਂਟਸ ਇਨਵਾਈਟਡ ਹੁੰਦੇ ਨੇ ਅਤੇ ਉਹ ਉੱਥੇ ਆ ਕੇ ਟੀਚਰ ਨਾਲ 1 by 1 ਆਪਣੇ ਡਾਊਟਸ ਪੁੱਛ ਸਕਦੇ ਨੇ। ਤਾਂ ਮੇਰੀ ਤਾਂ ਪਰਸਨਲ ਰਾਏ ਇਹ ਹੈ ਵੀ ਆਨਲਾਈਨ ਦੇ ਵਿੱਚ ਡਾਊਟ ਸੋਲਵ ਕਰਵਾਉਣਾ ਸਗੋਂ ਜ਼ਿਆਦਾ ਸੌਖਾ ਹੈ ਅਤੇ ਜ਼ਿਆਦਾ ਡੈਮੋਕ੍ਰੈਟਿਕ ਹੈ ਕੰਪੇਅਰ ਟੂ ਆਫਲਾਈਨ ਕਲਾਸਿਸ। ਬਿਲਕੁਲ ਸਰ। ਅਤੇ ਜੋ ਡਾਊਟ ਤੁਹਾਡੇ ਮਨ ਵਿੱਚ ਆ ਰਿਹਾ ਨਾ, ਜੋ ਸਵਾਲ ਤੁਹਾਡੇ ਮਨ ਦੇ ਵਿੱਚ ਆ ਰਿਹਾ ਉਹ ਵੀ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ।
ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜਾਂ ਜੋ ਵੈਬਸਾਈਟ ਦਾ ਐਡਰੈਸ ਹੈ, ਉੱਥੇ ਤੁਸੀਂ ਜਾ ਸਕਦੇ ਹੋ, ਆਪਣੇ ਸਵਾਲ ਸਾਡੇ ਤੱਕ ਪਹੁੰਚਾ ਸਕਦੇ ਹੋ, ਆਪਣੀ ਕੁਐਰੀ ਜਿਹੜੀ ਹੈ ਉਹ ਦੂਰ ਕਰ ਸਕਦੇ ਹੋ, ਕਿਉਂਕਿ ਸਾਡੀ ਕੋਸ਼ਿਸ਼ ਇਹੀ ਹੈ ਕਿ ਜੋ ਤੁਹਾਡਾ ਸੁਪਨਾ ਹੈ PCS ਕਲੀਅਰ ਕਰਨ ਦਾ ਉਹ ਜ਼ਰੂਰ ਪੂਰਾ ਹੋਵੇ। ਇਹਦੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਅਸੀਂ ਉਸ ਸ਼ਖਸ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੋ ਚੇਤਨ ਭਾਰਤ ਲਰਨਿੰਗ ਪ੍ਰੋਗਰਾਮ ਨਾਲ ਜੁੜੇ ਤੇ ਉਹਨਾਂ ਨੇ ਆਪਣਾ SDM ਬਣਨ ਦਾ ਸੁਪਨਾ ਜਿਹੜਾ ਸੀ ਉਹ ਪੂਰਾ ਕੀਤਾ। ਤੁਸੀਂ ਵੇਖਦੇ ਰਹੋ ਚੇਤਨ ਭਾਰਤ ਸਟੱਡੀ ਐਕਸਪਰਟ ਟਾਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਚੇਤਨ ਭਾਰਤ ਸਟੱਡੀ ਐਕਸਪਰਟ ਟਾਕ ਤੇ ਅੱਜ ਦਾ ਸਾਡਾ ਵਿਸ਼ਾ ਹੈ PCS ਐਂਡ ਅਲਾਈਡ ਸਰਵਿਸ ਤੇ ਸਾਡੇ ਨਾਲ ਜੁੜੇ ਹੋਏ ਨੇ ਚੇਤਨ ਭਾਰਤ ਲਰਨਿੰਗ ਦੇ ਡਾਇਰੈਕਟਰ ਮਿਸਟਰ ਚੇਤਨ ਸ਼ਰਮਾ। ਤੇ ਹੁਣ ਉਸ ਸ਼ਖਸ ਨਾਲ ਤੁਹਾਡੀ ਮੁਲਾਕਾਤ ਕਰਾਉਣਾ ਚਾਹਾਂਗਾ ਜਿਨ੍ਹਾਂ ਦਾ ਨਾਮ ਹੈ ਸਚਿਨ ਪਾਠਕ, ਜੋ CBL ਯਾਨੀ ਕਿ ਚੇਤਨ ਭਾਰਤ ਲਰਨਿੰਗ ਪ੍ਰੋਗਰਾਮ ਦੇ ਨਾਲ ਜੁੜੇ ਤੇ ਉਹਨਾਂ ਨੇ ਆਪਣਾ SDM ਬਣਨ ਦਾ ਸੁਪਨਾ ਪੂਰਾ ਕੀਤਾ ਤੇ ਉਹਨਾਂ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ, ਆਓ ਵੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਸਚਿਨ ਪਾਠਕ ਤੇ ਮੈਂ ਸਾਨੇਵਾਲ ਡਿਸਟ੍ਰਿਕਟ ਲੁਧਿਆਣਾ ਪੰਜਾਬ ਨੂੰ ਬਿਲੋਂਗ ਕਰਦਾ। ਮੇਰੀ ਪੰਜਾਬ ਸਿਵਲ ਸੇਵਾ ਪ੍ਰੀਖਿਆ ਦੇ ਵਿੱਚ ਤੀਸਰੀ ਰੈਂਕ ਆਈ ਹੈ ਤੇ ਮੈਂ ਆਪਣੀ ਇਸ ਸਕਸੈਸ ਦਾ ਸ਼੍ਰੇ ਆਪਣੇ ਘਰ ਦੇ, ਆਪਣੇ ਫਰੈਂਡਸ ਤੇ ਚੇਤਨ ਭਾਰਤ ਲਰਨਿੰਗ ਦੀ ਟੀਮ ਨੂੰ ਦੇਣਾ ਚਾਹੁੰਦਾ। ਮੇਰੀ ਐਸੋਸੀਏਸ਼ਨ ਚੇਤਨ ਭਾਰਤ ਲਰਨਿੰਗ ਟੀਮ ਦੇ ਨਾਲ ਉਹਨਾਂ ਦੇ ਫ੍ਰੀ ਲੰਗਰ ਸੇਵਾ ਜਿਹੜੀ ਉਹਨਾਂ ਨੇ PCS ਮੇਨਸ ਤੇ ਪ੍ਰੀਲਿਮਸ ਤੇ ਇੰਟਰਵਿਊ ਲਈ ਚਲਾਈ ਸੀਗੀ, ਉਸ ਦੌਰਾਨ ਹੋਈ। ਮੇਨਸ ਦੇ ਵਿੱਚ ਮੈਨੂੰ ਭਾਰਤ ਸਰ ਦੇ ਸੋਸਾਇਟੀ ਲੈਕਚਰਸ ਤੇ ਚੇਤਨ ਸਰ ਤੇ ਭਾਰਤ ਸਰ ਦੇ ਵਰਲਡ ਹਿਸਟਰੀ, ਇੰਡੀਅਨ ਹਿਸਟਰੀ ਤੇ ਇੰਡੀਅਨ ਆਰਟ ਐਂਡ ਕਲਚਰ ਲੈਕਚਰਸ ਬਹੁਤ ਜ਼ਿਆਦਾ ਅੱਛੇ ਲੱਗੇ। ਉਹ ਤੋਂ ਬਾਅਦ ਵਿੱਚ ਮੈਂ ਉਹਨਾਂ ਦਾ ਇੰਟਰਵਿਊ ਕੋਰਸ ਸਬਸਕ੍ਰਾਈਬ ਕੀਤਾ ਜਿਹਦੇ ਵਿੱਚ ਮੌਕ ਇੰਟਰਵਿਊ ਸੀਗੀਆਂ ਤੇ ਮੈਨੂੰ ਮੌਕ ਇੰਟਰਵਿਊਜ਼ ਦਾ ਫੀਡਬੈਕ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਉਸ ਫੀਡਬੈਕ ਦੇ ਬੇਸਿਸ ਤੇ ਹੀ ਮੈਂ ਕਹਿ ਸਕਦਾ ਕਿ ਇੰਟਰਵਿਊ ਮੇਰੀ ਕੰਬੈਟਿਵ ਹੋਣ ਦੇ ਬਾਵਜੂਦ ਮੈਂ ਇੱਕ ਬਹੁਤ ਹੀ ਜ਼ਿਆਦਾ ਅੱਛੇ ਮਾਰਕਸ ਸਕੋਰ ਕੀਤੇ। ਮੇਰਾ ਪ੍ਰਾਇਮਰੀ ਜੋ ਮੋਟੀਵੇਸ਼ਨ ਸੀਗਾ UPSC ਸਿਵਲ ਸਰਵਿਸਿਜ਼ ਜਾਂ ਪੰਜਾਬ PCS ਦੀ ਜਰਨੀ ਪਰਸਿਊ ਕਰਨ ਦੇ ਲਈ, ਉਹ ਇਹ ਸੀਗਾ ਕਿ ਮੈਂ ਚਾਹੁੰਦਾ ਸੀਗਾ ਕਿ ਮੈਂ ਸਮਾਜ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰ ਸਕਾਂ। ਮੈਂ ਇੱਕ NGO ਹਰ ਹੱਥ ਕਲਮ ਦੇ ਵਿੱਚ ਕੰਮ ਕੀਤਾ 1.5 ਸਾਲ ਤੇ ਮੈਂ ਉਸ ਦੌਰਾਨ ਰਿਅਲਾਈਜ਼ ਕੀਤਾ ਕਿ ਬੱਚਿਆਂ ਦੀ ਹਾਲਤ ਬਹੁਤ ਜ਼ਿਆਦਾ ਦਇਨੀय ਹੈਗੀ ਆ, ਐਸਪੈਸ਼ਲੀ ਚਾਈਲਡ ਬੈਗਰਸ ਇਨ ਪੰਜਾਬ ਐਂਡ ਇਨ ਇੰਡੀਆ ਇਨ ਜਨਰਲ। ਤੇ ਮੈਨੂੰ ਲੱਗਿਆ ਕਿ ਜੇ ਸਮਾਜ ਸੇਵਾ ਕਰਨੀ ਹੀ ਹੈ ਤਾਂ ਵਿਦਿਨ ਦਾ ਸਿਸਟਮ ਸਮਾਜ ਸੇਵਾ ਕਰਨ ਦਾ ਜੋ ਫਾਇਦਾ ਹੈ ਉਹ ਮੈਨੀਫੋਲਡ ਹੈਗਾ ਬਜਾਏ ਆਊਟਸਾਈਡ ਦਾ ਸਿਸਟਮ ਕਰਨ ਦੇ। ਤੇ ਜੋ ਮੈਂ ਚੇਤਨ ਭਾਰਤ ਟੀਮ ਦੀ ਸਭ ਤੋਂ ਵਧੀਆ ਗੱਲ ਉਹ ਦੇਖੀ ਹੈਗੀ ਆ, ਉਹ ਇਹ ਹੈ ਕਿ ਜਿਵੇਂ ਇੱਕ ਇਹੋ ਜਿਹਾ ਐਗਜ਼ਾਮ ਹੈ ਜਿੱਥੇ ਨਾ ਮਟੀਰੀਅਲਸ ਦੀ ਐਕਸੈਸ ਬਹੁਤ ਜ਼ਿਆਦਾ ਹੈਗੀ ਹੈ, ਡੈਫੀਸਿਟ ਨਹੀਂ। ਜਿਵੇਂ ਕਰੰਟ ਅਫੇਅਰਸ ਆ, ਉਹਦੇ ਉੱਤੇ ਬਹੁਤ ਜ਼ਿਆਦਾ ਮਟੀਰੀਅਲ, ਬਹੁਤ ਜ਼ਿਆਦਾ ਵੈਬਸਾਈਟਸ ਹੈਗੀਆਂ ਨੇ ਔਨਲਾਈਨ। ਉਹ ਤੋਂ ਬਾਅਦ ਜਿਹੜਾ ਸਟੈਟਿਕ ਪਾਰਟ ਆ, ਜਿਵੇਂ ਇੰਡੀਅਨ ਹਿਸਟਰੀ, ਇੱਕ ਟੌਪਿਕ 'ਤੇ ਤੁਹਾਡੇ ਕੋਲ 10-10 ਬੁੱਕਸ ਹੈਗੀਆਂ ਨੇ, ਤਾਂ ਬੱਚੇ ਬਹੁਤ ਜ਼ਿਆਦਾ ਸਿਲੇਬਸ ਨੂੰ ਲੈ ਕੇ ਓਵਰਵੈਲਮਡ ਮਹਿਸੂਸ ਕਰਦੇ ਨੇ। ਉਹਨਾਂ ਨੂੰ ਲੱਗਦਾ ਹੈਗਾ ਕਿ ਸਿਲੇਬਸ ਦਾ ਇੰਨਾ ਜ਼ਿਆਦਾ ਪਾਰਟ ਹੈਗਾ, ਕਿੱਦਾਂ ਖਤਮ ਕਰੀਏ। ਤਾਂ ਚੇਤਨ ਸਰ ਦੀ ਇੱਕ ਪਰਸਨਲਾਈਜ਼ਡ 1-to-1 ਮੈਂਟਰਸ਼ਿਪ ਅਪਰੋਚ ਹੈਗੀ ਹੈ ਜਿਹਦੇ ਵਿੱਚ ਉਹ ਬੱਚਿਆਂ ਦੇ ਨਾਲ ਆਪ ਗੱਲ ਕਰਦੇ ਨੇ, ਉਹਨਾਂ ਨੂੰ ਦੱਸਦੇ ਨੇ ਕਿ ਬੇਟਾ ਆਹ ਸਕੂਲ ਆਫ ਥਾਟ ਤੇ ਆਹ ਮਟੀਰੀਅਲ ਤੁਹਾਡੇ ਲਈ ਵਧੀਆ ਤੇ ਆਹ ਮਟੀਰੀਅਲ ਤੁਹਾਡੇ ਲਈ ਨਹੀਂ ਵਧੀਆ। ਤਾਂ ਉਹਦੇ ਨਾਲ ਤੁਹਾਡੀ ਪ੍ਰੈਪਰੇਸ਼ਨ ਬਹੁਤ ਜ਼ਿਆਦਾ ਸੌਖੀ ਹੋ ਜਾਂਦੀ ਹੈ। ਦੂਸਰੀ ਗੱਲ, ਉਹ ਆਪਣੇ ਆਨਸਰਸ ਦੇ ਲਈ ਜਦ ਆਪਾਂ ਆਨਸਰਸ ਲਿਖ ਕੇ ਉਹਨਾਂ ਨੂੰ ਚੈੱਕ ਕਰਵਾਉਂਦੇ ਹਾਂ, ਬਹੁਤ ਜ਼ਿਆਦਾ ਓਨੈਸਟ ਟੂ ਦਾ ਪੁਆਇੰਟ ਫੀਡਬੈਕ ਦਿੰਦੇ ਹੈਗੇ ਨੇ ਤੇ ਉਹ ਫੀਡਬੈਕ 'ਤੇ ਤੁਸੀਂ ਰੈਡੀਲੀ ਵਰਕ ਕਰ ਸਕਦੇ ਹੋ। ਤਾਂ ਮੈਂ ਸਾਰਿਆਂ ਦਾ ਧੰਨਵਾਦ ਦੇਣਾ ਚਾਹੂੰਗਾ, ਐਸਪੈਸ਼ਲੀ ਚੇਤਨ ਸਰ ਦਾ। ਥੈਂਕ ਯੂ ਸੋ ਮਚ। ਹੋਰ ਕਈ ਸਚਿਨ ਨੇ ਜੋ ਇਹ ਸੁਪਨਾ ਪੂਰਾ ਕਰਨ ਦੀ ਫਿਰਾਕ ਵਿੱਚ ਨੇ ਤੇ ਉਹਨਾਂ ਲਈ ਹੀ ਹੈ ਚੇਤਨ ਭਾਰਤ ਸਟੱਡੀ ਐਕਸਪਰਟ ਟਾਕ। ਸਰ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਤੇ ਜਾਣ ਤੋਂ ਪਹਿਲੇ ਚਾਹਾਂਗਾ ਕਿ ਜੇ ਕੋਈ ਖਾਸ ਟਿਪਸ ਜਾਂ ਕੋਈ ਮੋਟੀਵੇਸ਼ਨਲ ਗੱਲ ਜੋ ਤੁਸੀਂ ਸਟੂਡੈਂਟਸ ਨੂੰ ਕਹਿਣਾ ਚਾਹੋ ਉਹ। ਸਰ ਦੋ ਹੀ ਚੀਜ਼ਾਂ ਮੈਂ ਸਟੂਡੈਂਟਸ ਨੂੰ ਕਹਿਣਾ ਚਾਹਾਂਗਾ। ਪਹਿਲਾਂ ਤਾਂ ਉਹ ਨਿਊਜ਼ਪੇਪਰ ਰੈਗੂਲਰਲੀ ਪੜ੍ਹਨ ਤੇ ਦ ਹਿੰਦੂ, ਇੰਡੀਅਨ ਐਕਸਪ੍ਰੈਸ, ਦ ਟ੍ਰਿਬਿਊਨ, ਕੋਈ ਵੀ ਸਟੈਂਡਰਡ ਨਿਊਜ਼ਪੇਪਰ ਉਹ ਰੈਗੂਲਰਲੀ ਪੜ੍ਹਨ। ਤੇ ਦੂਜਾ, ਨੋਟੀਫਿਕੇਸ਼ਨ ਦੀ ਵੇਟ ਨਾ ਕੀਤੀ ਜਾਵੇ। ਸਭ ਤੋਂ ਵੱਡਾ ਬਲੰਡਰ ਜਿਹੜਾ ਸਟੂਡੈਂਟ ਕਰਦਾ ਹੈ ਆਪਣੀ ਪ੍ਰੈਪਰੇਸ਼ਨ ਦੇ ਵਿੱਚ, ਉਹ ਇਹ ਹੈ ਵੀ ਜਦੋਂ PCS ਦੀ ਨੋਟੀਫਿਕੇਸ਼ਨ ਆਉਂਦੀ ਹੈ ਉਸ ਦਿਨ ਨਵਾਂ ਚਾਅ ਚੜ੍ਹਦਾ ਤੇ ਉਹ ਤਿਆਰੀ ਕਰਨੀ ਸ਼ੁਰੂ ਕਰਦੇ ਨੇ। ਮੇਰੇ ਹਿਸਾਬ ਨਾਲ ਜਦੋਂ ਤੱਕ ਨੋਟੀਫਿਕੇਸ਼ਨ ਆਉਂਦੀ ਹੈ ਉਦੋਂ ਤੱਕ ਤਾਂ ਤੁਹਾਡਾ ਪੂਰਾ ਸਿਲੇਬਸ ਕਵਰ ਹੋ ਜਾਣਾ ਚਾਹੀਦਾ ਹੈ। ਇਸ ਕਰਕੇ ਜੇ ਤੁਹਾਡਾ ਸੁਪਨਾ ਹੈ DSP, SP ਬਣਨ ਦਾ, SDM ਬਣਨ ਦਾ, DC ਬਣਨ ਦਾ, ਤੇ ਤਿਆਰੀ ਕਦੋਂ ਸ਼ੁਰੂ ਹੋਣੀ ਚਾਹੀਦੀ ਹੈ? ਅੱਜ ਤੋਂ। ਤੁਸੀਂ ਵੇਟ ਨਾ ਕਰੋ, 1 ਸਾਲ ਲੱਗਣਾ ਤੁਹਾਨੂੰ ਪ੍ਰੋਪਰ ਤਿਆਰੀ ਕਰਨ ਲਈ। ਇਸ ਕਰਕੇ ਨੋਟੀਫਿਕੇਸ਼ਨ ਦੀ ਵੇਟ ਕਰੇ ਬਿਨਾਂ ਇਮੀਡੀਏਟਲੀ ਤਿਆਰੀ ਸਟਾਰਟ ਕੀਤੀ ਜਾਵੇ। ਬਿਲਕੁਲ, ਜਿਵੇਂ ਸਰ ਨੇ ਕਿਹਾ ਕਿ ਅੱਜ ਜੋ ਹੈ ਉਸ ਟਾਈਮ ਨੂੰ ਹੀ ਤੁਸੀਂ ਮੰਨ ਲਓ ਕਿ ਅੱਜ ਸ਼ੁਰੂ ਕਰਾਂਗੇ ਤਦ ਉੱਥੋਂ ਤੱਕ ਪਹੁੰਚਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਥੈਂਕ ਯੂ ਸੋ ਮਚ। ਤੇ ਅਗਲੇ ਹਫਤੇ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ UPSC, IAS, IPS। ਇਸ ਮੁਤਲਕ ਜੋ ਵੀ ਤੁਹਾਡੇ ਸਵਾਲ ਨੇ
ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਉਸ ਤੇ ਕਾਲ ਕਰਕੇ ਤੁਸੀਂ ਆਪਣਾ ਸਵਾਲ ਜਿਹੜਾ ਹੈ ਉਹ ਰਿਕਾਰਡ ਕਰਾ ਸਕਦੇ ਹੋ ਤੇ ਉਸ ਦਾ ਜਵਾਬ ਜਿਹੜਾ ਹੈ ਉਹ ਚੇਤਨ ਜੀ ਵੱਲੋਂ ਜ਼ਰੂਰ ਦਿੱਤਾ ਜਾਵੇਗਾ। ਬਾਕੀ ਆਪਣਾ ਤੇ ਆਪਣਿਆਂ ਦਾ ਖਿਆਲ ਚੰਗੀ ਤਰ੍ਹਾਂ ਰੱਖਿਓ। ਦਿਓ ਇਜਾਜ਼ਤ ਤੇ ਹਾਂ, ਹਰ ਸ਼ਨੀਵਾਰ ਸ਼ਾਮੀ 6:30 ਵਜੇ ਵੇਖਣਾ ਭੁੱਲਿਓ ਨਾ ਚੇਤਨ ਭਾਰਤ ਸਟੱਡੀ ਐਕਸਪਰਟ ਟਾਕ। ਦਿਓ ਇਜਾਜ਼ਤ, ਰੱਬ ਰਾਖਾ।